LAC ਤੇ ਭਾਰਤ ਚੀਨ ਵਿਚਾਲੇ ਹਿੰਸਕ ਝੜਪ ਹੋਈ ਹੈ। ਹਿੰਸਕ ਝੜਪ ਵਿੱਚ ਕਰਨਲ ਸਮੇਤ 20 ਜਵਾਨ ਸ਼ਹੀਦ ਹੋਏ ਨੇ। ਭਾਰਤੀ ਫੌਜ ਨੇ ਜਵਾਨਾਂ ਦੇ ਸ਼ਹੀਦ ਹੋਣ ਦੀ ਪੁਸ਼ਟੀ ਕੀਤੀ ਹੈ। ਚੀਨ ਦੇ ਵੀ 43 ਜਵਾਨਾਂ ਨੂੰ ਨੁਕਸਾਨ ਹੋਣ ਦੀ ਖਬਰ ਹੈ। ਕਈ ਢੇਰ ਹੋਏ ਨੇ। ਅਮਰੀਕਾ ਨੇ ਭਾਰਤ ਅਤੇ ਚੀਨ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ। ਗਲਵਾਨ ਹਿੰਸਕ ਝੜਪ ਤੋਂ ਬਾਅਦ ਹਿਮਾਚਲ ਵਿੱਚ ਅਲਰਟ ਜਾਰੀ ਕੀਤਾ ਗਿਆ ਤੇ ਸਰਹੱਦਾਂ ਤੇ ਚੌਕਸੀ ਵਧਾਈ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਪੂਰੇ ਹਾਲਾਤ ਤੇ ਚਰਚਾ ਕੀਤੀ ਹੈ। ਲੱਦਾਖ ਬਾਰਡਰ ਤੇ ਗਲਵਾਨ ਘਾਟੀ ਵਿੱਚ 15 ਜੂਨ ਨੂੰ ਦੋਹਾਂ ਦੇਸ਼ਾਂ ਵਿਚਾਲੇ ਝੜਪ ਹੋਈ ਸੀ, ਜਿਸ ਤੋਂ ਬਾਅਦ ਜਿਸ ਤਰ੍ਹਾਂ ਦੇ ਨਾਲ ਲਗਾਤਾਰ ਤਣਾਅਪੂਰਨ ਮਾਹੌਲ ਬਣਿਆ ਹੋਇਆ ਸੀਗਾ LAC ਤੇ ਉਸ ਤੋਂ ਬਾਅਦ ਹੁਣ ਹਿੰਸਕ ਝੜਪ ਵਿੱਚ ਕਰਨਲ ਸਮੇਤ 20 ਜਵਾਨ ਸ਼ਹੀਦ ਹੋਏ ਨੇ। ਭਾਰਤ ਨੂੰ ਇੱਕ ਵੱਡਾ ਨੁਕਸਾਨ ਪਹੁੰਚਿਆ ਹੈ। ਭਾਰਤੀ ਫੌਜ ਨੇ ਜਵਾਨਾਂ ਦੇ ਸ਼ਹੀਦ ਹੋਣ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ ਚੀਨ ਦੇ 43 ਜਵਾਨਾਂ ਨੂੰ ਨੁਕਸਾਨ ਹੋਣ ਦੀ ਖਬਰ ਵੀ ਸਾਹਮਣੇ ਆਈ ਹੈ। ਹਾਲਾਂਕਿ ਚੀਨ ਵੱਲੋਂ ਅਧਿਕਾਰਕ ਤੌਰ ਤੇ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ। ਉੱਥੇ ਅਮਰੀਕਾ ਨੇ ਭਾਰਤ ਅਤੇ ਚੀਨ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ। ਗਲਵਾਨ ਹਿੰਸਕ ਝੜਪ ਤੋਂ ਬਾਅਦ ਹਿਮਾਚਲ ਵਿੱਚ ਅਲਰਟ ਜਾਰੀ ਕੀਤਾ ਗਿਆ ਤੇ ਸਰਹੱਦਾਂ ਤੇ ਚੌਕਸੀ ਵਧਾਈ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਪੂਰੇ ਹਾਲਾਤ ਨੂੰ ਲੈ ਕੇ ਗੱਲਬਾਤ ਕੀਤੀ ਹੈ। ਲੱਦਾਖ ਬਾਰਡਰ ਤੇ ਗਲਵਾਨ ਘਾਟੀ ਵਿੱਚ 15 ਜੂਨ ਨੂੰ ਦੋਹਾਂ ਦੇਸ਼ਾਂ ਵਿਚਾਲੇ ਝੜਪ ਹੋਈ ਸੀ ਤੇ ਇਸ ਝੜਪ ਵਿੱਚ ਕਰਨਲ ਸਮੇਤ 20 ਜਵਾਨ ਸ਼ਹੀਦ ਹੋਏ ਨੇ। ਦੱਸ ਦਈਏ ਕਿ ਇਸ ਝੜਪ ਵਿੱਚ ਕੋਈ ਗੋਲੀ ਨਹੀਂ ਚੱਲੀ ਸੀ, ਪਰ ਸੰਘਰਸ਼ ਇੰਨਾ ਖੂਨੀ ਸੀ ਕਿ ਭਾਰਤ ਨੂੰ ਆਪਣੇ 20 ਜਵਾਨਾਂ ਨੂੰ ਖੋਣਾ ਪਿਆ ਤੇ 20 ਜਵਾਨਾਂ ਨੇ ਦੇਸ਼ ਲਈ ਕੁਰਬਾਨੀ ਦਿੱਤੀ ਹੈ। ਹਾਲਾਂਕਿ ਲਗਾਤਾਰ ਚੀਨ ਦੇ ਨਾਲ ਬੈਠਕ ਕੀਤੀ ਜਾ ਰਹੀ ਸੀ। ਦੱਸਦੇ ਕਿ 6 ਜੂਨ ਨੂੰ ਚੀਨ ਅਤੇ ਭਾਰਤ ਦੇ ਵਿਚਕਾਰ ਮੇਜਰ ਜਨਰਲ ਰੈਂਕ ਲੈਵਲ ਦੀ ਗੱਲਬਾਤ ਹੋਈ ਸੀ, ਜਿਸ ਵਿੱਚ ਸਰਹੱਦ ਤੇ ਸ਼ਾਂਤੀ ਬਣਾਏ ਰੱਖਣ ਨੂੰ ਲੈ ਕੇ ਸਹਿਮਤੀ ਬਣੀ ਸੀ। ਪਰ ਉਸ ਤੋਂ ਬਾਅਦ ਜੋ ਹੁਣ ਜਾਣਕਾਰੀ ਮਿਲ ਪਾ ਰਹੀ ਹੈ ਕਿ ਚੀਨ ਵੱਲੋਂ ਵਾਅਦਾ ਖਿਲਾਫੀ ਕੀਤੀ ਗਈ ਹੈ ਤੇ ਹਿੰਸਕ ਝੜਪ ਦੀ ਸ਼ੁਰੂਆਤ ਚੀਨ ਵੱਲੋਂ ਕੀਤੀ ਗਈ ਹੈ ਤੇ ਇਸ ਝੜਪ ਵਿੱਚ 20 ਜਵਾਨ ਭਾਰਤ ਦੇ ਸ਼ਹੀਦ ਹੋਏ ਨੇ। ਖਬਰ ਤੇ ਹੋਰ ਜਾਣਕਾਰੀ ਨਾਲ ਮੇਰੇ ਸਹਿਯੋਗੀ ਮੇਰੇ ਨਾਲ ਕਰਨਲ ਰਿਟਾਇਰਡ ਜੈਬੰਦ ਸਿੰਘ ਜੁੜ ਚੁੱਕੇ ਨੇ। ਕਰਨਲ ਸਾਹਿਬ, ਜਿਸ ਤਰ੍ਹਾਂ ਦੇ ਹਾਲਾਤ ਇਸ ਸਮੇਂ ਬਣੇ ਹੋਏ ਨੇ, ਭਾਰਤੀ ਜਵਾਨ ਫਿਰ ਵੀ ਡਟੇ ਹੋਏ ਨੇ, ਭਾਵੇਂ ਉਹ LOC ਹੋਵੇ ਜਾਂ ਫਿਰ LAC ਹੋਵੇ, ਤੇ ਹੁਣ ਜਿਸ ਤਰ੍ਹਾਂ ਦੇ ਨਾਲ ਇਹ ਹਿੰਸਕ ਝੜਪ ਹੋਈ ਹੈ, 20 ਜਵਾਨ ਭਾਰਤ ਨੇ ਖੋਏ ਨੇ, ਇੱਕ ਵੱਡਾ ਨੁਕਸਾਨ ਭਾਰਤ ਨੂੰ। हाँ जी, बहुत बड़ा नुकसान है, बहुत अनफॉर्चुनेट है, बहुत डिस्ट्रेसिंग है, बहुत दुख है ते सारिया फैमिलीज नूं कंडोलेंस है। इस वेले ते बहुत मोराल डाउन है, पर चलो वीर गति है, शहादत है। उन्होंने अपना काम करते हुए, अपनी देश की सेवा करते हुए अपनी जान गवाई है। तुसी अंदाजा लगाओ, सारी अंदाजा ही लगा सकते हैं कि वो साइट दे विच पूरी रात बिना वेपन्स के एक बंदा जिहड़ा एक सोल्जर है, वो वेपन्स के नाल लड़दा है। किहड़े तरीके नाल वो लड़े ने ते की होया है, ये मतलब किसी नूं समझ नहीं आ सकता। सारे कंजैक्चर कर रहे हैं जिद्दां मैं कर रहा। हुण साडे देश वास्ते जो हुण इस वेले सानूं करना चाहिए, सानूं एकजुट हो जाना चाहिए, अपनी गवर्नमेंट के पिछे खड़े होना चाहिए, अपनी आर्मी के पिछे खड़े होना चाहिए, पूरी दुनिया नूं दस देना चाहिए कि असीं बिल्कुल एक हैगे आ ते कोई भी चुनौती लैण नूं बिल्कुल तैयार हाँ। अगर चाइना सोचता है कि वो साडे नाल इस तरीके नाल साडे ते दबाव पा सकता है तो बड़ा गलत सोचता है जी। बिल्कुल कर्नल जी, जिस तरह के नाल हालांकि चाइना के भी 43 जवानों को नुकसान की खबर सामने आई है, पर कोई चाइना वालों अधिकारिक तौर पर पुष्टि नहीं की गई है। ये भी जानकारी हासिल हुई है कि कई बार इस तो पहला जनरल रैंक लैवल की गलबात भी हुई सी चीन ते भारत विचाले, ते यही सहमति बनी सी दोहां देशों विचाले कि सरहद ते शांति कायम रखी जाएगी। और ये भी जानकारी मिली है कि चाइना दे वल्लों शुरुआत की गई है हिंसक झड़प की, ते भारत वल्लों भी मुंह तोड़ जवाब दिता गया। हाँ, ये खबर आ रही ने, जिन्हें भी शुरू किया नहीं शुरू किया, गल तो यह है कि जो कल भी मैं तुहाडे चैनल च कहा सीगा कि जदों दा ये चल रहा है, पहली गल तो चाइना ने साडे एरिया दे विच इंट्रूजन की है। उसदे बाद असी साडी गवर्नमेंट ने, साडी आर्मी ने बहुत मैच्योर ते पेशेंट तरीके नाल जिहड़े प्रोटोकॉल्स ने उन्हां नूं मद्देनज़र रखते हुए इस चीज़ नूं हैंडल करन दी कोशिश की है।
ਇਹ ਨਰਿੰਦਰ ਮੋਦੀ ਗਵਰਨਮੈਂਟ ਨੇ ਹਮੇਸ਼ਾ ਚਾਹਿਆ ਹੈ ਕਿ ਅਸੀਂ ਇਹ ਐਸੀ ਜਗ੍ਹਾ ਤੇ ਨਾ ਪਹੁੰਚੀਏ ਜਿੱਥੇ ਕਿ ਓਪਨ ਕਨਫਲਿਕਟ ਹੋ ਜਾਏ। ਤੇ ਅੱਜ ਤੋਂ ਥੋੜੇ ਦਿਨ ਪਹਿਲੇ ਜਦੋਂ ਚੀਫ ਆਫ ਆਰਮੀ ਸਟਾਫ ਨੇ ਦੇਹਰਾਦੂਨ ਦੇ ਵਿੱਚ ਸਟੇਟਮੈਂਟ ਦਿੱਤੀ ਸੀਗੀ, ਉਹ ਬੜਾ ਸਾਫ਼ ਹੋ ਗਿਆ ਸੀ ਉਸ ਸਟੇਟਮੈਂਟ ਤੋਂ ਕਿ ਇੱਕ ਵਿਡਰੋਲ ਦਾ ਚਾਈਨੀਜ਼ ਵਿਡਰੋਲ ਦਾ ਪ੍ਰੋਸੈਸ ਜਿਹੜਾ ਉਹ ਸ਼ੁਰੂ ਹੋ ਗਿਆ ਹੈ। ਰਿਲੀਫ ਸੀਗਾ ਉਹਨਾਂ ਦੀ ਸਟੇਟਮੈਂਟ ਦੇ ਵਿੱਚ, ਉਹਦੇ ਬਾਅਦ ਇਹ ਹੋ ਗਿਆ। ਉਹ ਮਤਲਬ ਕਿਹਾ ਜਾਂਦਾ ਹੈ ਕਿ ਉਹ ਵਾਪਸ ਜਾ ਰਹੇ ਸੀ ਤੇ ਜਾਂਦੇ ਹੋਏ ਮੁੜ ਕੇ ਵਾਪਸ ਆਏ ਨੇ। ਪਹਿਲੇ ਉਹਨਾਂ ਨੇ ਸੀਓ ਸਾਹਿਬ ਨੂੰ ਮਾਰ ਦਿੱਤਾ, ਫਿਰ ਝੜਪ ਹੋ ਗਈ। ਤੇ ਮਤਲਬ ਚਾਈਨਾ ਕੀ ਚਾਹੁੰਦਾ ਹੈ ਤੇ ਇਸ ਟਾਈਮ ਦੇ ਉੱਤੇ ਜਦੋਂ ਕਰੋਨਾ ਚੱਲ ਰਿਹਾ ਹੈ ਤੇ ਅਸੀਂ ਐਡੀ ਮੈਚੁਰਿਟੀ ਦਿਖਾ ਰਹੇ ਹਾਂ, ਮੈਨੂੰ ਲੱਗਦਾ ਹੈ ਕਿ ਸਾਨੂੰ ਇਹ ਮੈਚੁਰਿਟੀ ਦਿਖਾਉਂਦੇ ਰਹਿਣਾ ਚਾਹੀਦਾ, ਪਰ ਸਾਨੂੰ ਬੜੇ ਫਰਮ ਹੋ ਜਾਣਾ ਚਾਹੀਦਾ ਇਸ ਗੱਲ ਦੇ ਵਿੱਚ ਕਿ ਮਤਲਬ ਅਸੀਂ ਉਹਨਾਂ ਦਾ ਹੁਣ ਸਾਡੇ ਏਰੀਆ ਦੇ ਵਿੱਚ ਰਹਿਣਾ ਬਰਦਾਸ਼ਤ ਨਹੀਂ ਕਰਾਂਗੇ। ਕਨਫਲਿਕਟ ਹੋਣਾ ਹੈ ਤੇ ਹੋ ਜਾਏ। ਇਹ ਮੇਰੀ ਪਰਸਨਲ ਅਸੈਸਮੈਂਟ ਹੈਗੀ ਹੈ ਇਸ ਗੱਲ 'ਚ। ਜੀ ਬਿਲਕੁਲ ਕਰਨਲ ਜੀ, ਤੁਸੀਂ ਸਰਕਾਰ ਤੋਂ ਕੀ ਮੰਗ ਕਰਦੇ ਹੋ? ਕਿਉਂਕਿ ਜਿਸ ਤਰ੍ਹਾਂ ਦੇ ਨਾਲ ਮਹਾਮਾਰੀ ਦਾ ਜ਼ਿਕਰ ਤੁਸੀਂ ਕੀਤਾ ਔਰ ਮਹਾਮਾਰੀ ਕਾਰਨ ਜੋ ਇਸ ਸਮੇਂ ਦੇਸ਼ ਭਰ ਵਿੱਚ ਹਾਲਾਤ ਬਣੇ ਹੋਏ ਨੇ, ਹਰ ਕੋਈ ਉਸ ਨਾਲ ਸਹਿਮਤ ਹੈ ਤੇ ਔਰ ਉਸ ਦੇ ਬਾਵਜੂਦ ਜੋ ਜਵਾਨ ਲਗਾਤਾਰ ਡਟੇ ਹੋਏ ਨੇ ਦੇਸ਼ ਦੀ ਰਾਖੀ ਲਈ, ਜੋ ਹੁਣ ਕੁਰਬਾਨੀ ਉਹਨਾਂ ਨੇ ਹਾਸਲ ਕੀਤੀ ਹੈ, ਤੁਸੀਂ ਐਜ਼ ਅ ਕਰਨਲ ਕੀ ਮੰਗ ਕਰਦੇ ਹੋ ਸਰਕਾਰ ਤੋਂ? ਮੈਂ ਜੀ ਕਿਸੇ ਕੋਲੋਂ ਕੋਈ ਮੰਗ ਨਹੀਂ ਕਰਦਾ। ਮੈਂ ਸਰਕਾਰ ਦੇ ਕੋਲੋਂ ਇਸ ਵੇਲੇ ਕੋਈ ਮੰਗ ਨਹੀਂ ਕਰਦਾ। ਮੈਂ ਆਰਮੀ ਕੋਲੋਂ ਕੋਈ ਮੰਗ ਨਹੀਂ ਕਰਦਾ। ਮੈਂ ਸਿਰਫ ਉਹਨਾਂ ਨੂੰ ਇਹ ਕਹਿਣਾ ਹੈ ਕਿ ਜੋ ਠੀਕ ਹੈ ਤੁਸੀਂ ਕਰੋ ਤੇ ਜੋ ਤੁਸੀਂ ਕਰੋਗੇ ਅਸੀਂ ਤੁਹਾਡੇ ਪਿੱਛੇ ਖੜੇ ਹਾਂ ਜੀ। ਜੋ ਸਾਡੇ ਕੋਲੋਂ ਸੈਕਰੀਫਾਈਸ ਮੰਗੋਗੇ ਅਸੀਂ ਦੇਵਾਂਗੇ। ਫਾਈਨੈਂਸ਼ੀਅਲ ਸੈਕਰੀਫਾਈਸ ਅਗਰ ਸਾਨੂੰ ਉੱਥੇ ਆਣਾ ਪੈ ਜਾਏ, ਜੋ ਕਹੋਗੇ ਅਸੀਂ ਕਰਾਂਗੇ। ਤੁਸੀਂ ਡਟੇ ਰਹੋ, ਕੋਈ ਗੱਲ ਨਹੀਂ। ਇਹ ਹੁੰਦਾ ਦੇਸ਼ਾਂ ਦੇ ਵਿੱਚ ਤੇ ਇਹ ਆਪਾਂ ਸੰਭਾਲ ਲੈਣਾ। ਆਪਾਂ ਬਹੁਤ ਤਗੜੇ ਦੇਸ਼ ਹੈਗੇ ਆ, ਬਹੁਤ ਤਗੜੇ ਲੋਕ ਹੈਗੇ ਆ, ਸਾਡੀ ਬੜੀ ਤਗੜੀ ਆਦਮੀ ਹੈ ਜੀ। ਬਿਲਕੁਲ, ਤਾਂ ਦੇਸ਼ ਇਕਜੁੱਟ ਹੈ, ਇਹੀ ਹਰ ਕਿਸੇ ਦਾ ਕਹਿਣਾ ਹੈ ਤੇ ਦੇਸ਼ ਦੇ ਨਾਲ ਹਰ ਕੋਈ ਖੜਾ ਹੈ ਤੇ ਕੁਰਬਾਨੀ ਲਈ ਹਰ ਕੋਈ ਹਾਜ਼ਰ ਹੈ ਤੇ ਦੇਸ਼ ਦੇ ਜਵਾਨਾਂ ਤੇ ਸਭ ਨੂੰ ਮਾਣ ਹੈ ਜਿਨ੍ਹਾਂ ਨੇ ਇਸ ਔਖੀ ਘੜੀ ਵਿੱਚ ਵੀ ਉੱਥੇ ਡਟ ਕੇ ਸਾਹਮਣਾ ਕੀਤਾ। ਧੰਨਵਾਦ ਸਾਡੇ ਨਾਲ ਜੁੜਨ ਲਈ, तमाम ਗੱਲਬਾਤ ਲਈ ਕਰਨਲ ਰਿਟਾਇਰਡ ਜੈਪਨ ਸਿੰਘ ਜੀ। ਮੇਰੇ ਨਾਲ ਇਸ ਖਬਰ ਦੇ ਹੋਰ ਜਾਣਕਾਰੀ ਦੇ ਨਾਲ KS ਕਾਲੋ, ਪ੍ਰੈਜ਼ੀਡੈਂਟ ਆਲ ਇੰਡੀਆ ਡਿਫੈਂਸ ਬ੍ਰੌਡਕਾਸਟਿੰਗ ਵੀ ਜੁੜ ਚੁੱਕੇ ਨੇ। ਕਾਲੋ ਸਾਹਿਬ, ਜਿਸ ਤਰ੍ਹਾਂ ਦੇ ਇਸ ਸਮੇਂ ਹਾਲਾਤ ਬਣੇ ਹੋਏ ਨੇ, ਬੇਸ਼ੱਕ ਡਟ ਕੇ ਸਾਹਮਣਾ ਉੱਥੇ ਜਵਾਨਾਂ ਵੱਲੋਂ ਵੀ ਕੀਤਾ ਗਿਆ, ਇਹ ਝੜਪ ਹੋਈ ਹੈ ਤੇ ਚੀਨ ਵੱਲੋਂ ਸ਼ੁਰੂਆਤ ਕੀਤੀ ਗਈ ਜੋ ਜਾਣਕਾਰੀ ਹਾਸਲ ਹੋਈ ਹੈ, ਪਰ ਇੱਕ ਵੱਡਾ ਨੁਕਸਾਨ ਜ਼ਰੂਰ ਹੈ, ਪਰ ਦੇਸ਼ ਨੂੰ ਆਪਣੇ ਜਵਾਨਾਂ ਤੇ ਮਾਣ ਹੈ। ਦੇਸ਼ ਨੂੰ ਹਮੇਸ਼ਾ ਹੀ ਆਪਣੇ ਜਵਾਨਾਂ ਤੇ ਮਾਣ ਰਿਹਾ ਹੈ। बेशक ब्रिटिश इंडिया राज समय होए और अगर उससे पहले भी मैं समझदा हाँ एक सारागढ़ी की एक बहुत बड़ी मिसाल है जदों के साढ़े एक जवान एक एक करके शहादत जान पी गए, 10,000 कबालियां लड़िया। हमारी शक्ति जवानों के अंदर कुट कुट के भरी हुई है, देश प्रति जज्बा है। और इस हालात के अंदर जदों के 14,000 फुट की बुलंदी के उत्ते जदों एक चीज तय हो चुकी है चीन के नाल इन्नियां मीटिंगां के दौरान कि डी एस्कलेशन होएगी, उस इलाके चों अप्रैल वाली स्थिति ते वापस जाएंगे। तो जे साडी एक पेट्रोल उत्थे सिर्फ चेक करने वास्ते गई है, जिहड़ा कि पेट्रोलिंग पॉइंट 14 जो कि गलवान रिवर दे बिल्कुल उत्थे लागे हैगा और वो इलाका जो है बड़ा कठोर, देखिए बहुत चैलेंजिंग, क्योंकि एक खड़ी पहाड़ी है। अगर उतो कोई फिसल जाए तो दरिया जो कि एक किस्म का मैं समझदा हाँ कि वो इन्ना शीतल, वो तो जिदा कि बर्फीला दरिया होंदा है। तो उत्थे जाके चेक करनगे ते वो चाइनीज ने अपना चैलेंज किया और उन्होंने पिछे ट्रुप्स तैयार सन बहुत भारी गिनती च। इसका मतलब ये होया कि वो पूरा पहलों तैयारी च सन और फिर साडे जवानों ने जब ये चल देखी तो फिर उन्होंने सदा दिता कि कमांडिंग ऑफिसर अपनी पलटन के नाल उत्ते पहुंचे। अफसोस की गल है कि चीन ने ये अपनी घिनौनियां चालां ते चलदियां होया जो कुछ 5-6 मई नूं जो कि पेंगोंगसो लेक के उत्ते कीता सीगा, ओह चीज दोहराई डांग सोटियां नाल रॉड दे नाल जो साडियां उत्थे स्टिक्स जो कि उत्थे वो इमेजिन कि उन्हां दे उत्ते तारां लपेटियां कौनसियां बाबर्ड वायर, अगर उहदे उत्ते जो स्टिक्स ने वो बंद के दा मतलब तैयारी टाइम लगता है, उहदे नाल बहुत सारा नुकसान होया और काटे साडे जवान शहादत जान पी गए। कईयां नूं ये भी रिपोर्टां ने साडे पास कि धकेलिया गया, हैंड टू हैंड फाइट सी, तो दरिया च भी गिरे, चोटां भी लगियां
मगर साडे जवानों ने बहादुरी का सबूत देंदिया चाइना का भी नुकसान होया, बहुत बड़ा नुकसान होया। भावें वो मनन या ना मनन, रिपोर्टां तो कह रही ने कि 43 उन्होंने मारे गए ने, जवान मारे गए ने। तो मैं समझदा हाँ कि देखो, एक जो अटैकर हुंदा है, जो हमला करने वाला हुंदा, ਉਹਦੇ ਕੋਲ इनिशिएटिव है, वो डिफेंडर है, वो ते अपना बैठा हुआ उथे। तो इस वास्ते जेकर डिफेंडर हाले साडी बड़ी अफसोस की गल है कि साडे जवान भी जवान शहादत जान पी गए और कुछ जख्मी भी हैं। मगर उन्होंने 43 अगर है मारे गए हैं, तो मैं समझता हूँ, मैं इस गलों अपनी फौज, अपने बहादुर जवान किसी भी पलटन दे हों, किसी भी इलाके दे हों, किसी भी धर्म जात पात का संबंधित हो, उन्हें मुबारकबाद देना कि यूनिटी इन डाइवर्सिटी, वो एक देश भगती के भावना का सबूत देता है। सानू मान है पूरे देशवासियों को, पर साडे नेतावां ने हुण की फैसला करना है। मीटिंगां होईयां ने, अगला की एक्शन हुंदा है। पर एक गल बड़ी स्पष्ट है, चीन के उत्ते कभी विश्वास नहीं किया जा सकता। मनु याद है जॉर्ज फर्नांडिस जो उत्थे जाके आके आए थे और उन्होंने बयान दिता सी, तो मैं सहमत उदों ही प्रगटाई सी कि चीन जो है वो दुश्मन नंबर 1 है। आज साबित कर देता है। बिल्कुल, और यही कारण है कालू साहब की जब बैठक हुई सी 6 जून ਨੂੰ ਤਾਂ ਸਹਿਮਤੀ ਹੋਈ ਸੀ ਦੋਹਾਂ ਦੇਸ਼ਾਂ ਵਿਚਾਲੇ ਕਿ ਸਰਹੱਦ ਤੇ ਸ਼ਾਂਤੀ ਕਾਇਮ ਰੱਖੀ ਜਾਵੇਗੀ। ਤੇ ਹੁਣ ਜੋ ਰਿਪੋਰਟ ਸਾਹਮਣੇ ਆਈ ਹੈ ਕਿ ਚੀਨ ਵੱਲੋਂ ਪਹਿਲਾਂ ਹਿੰਸਕ ਝੜਪ ਦੀ ਸ਼ੁਰੂਆਤ ਕੀਤੀ ਗਈ ਹੈ, ਹਾਲਾਂਕਿ ਭਾਰਤੀ ਜਵਾਨਾਂ ਵੱਲੋਂ ਮੂੰਹ ਤੋੜਵਾ ਜਵਾਬ ਦਿੱਤਾ ਗਿਆ ਹੈ। ਬੇਸ਼ੱਕ 20 ਜਵਾਨ ਸ਼ਹੀਦ ਹੋਏ ਨੇ, ਪਰ ਪੂਰੇ ਦੇਸ਼ ਨੂੰ ਇਹਨਾਂ ਜਵਾਨਾਂ ਤੇ ਮਾਣ ਹੈ। ਧੰਨਵਾਦ ਸਾਡੇ ਨਾਲ ਜੁੜਨ ਲਈ, तमाम ਗੱਲਬਾਤ ਲਈ। ਤਾਂ LAC ਤੇ ਭਾਰਤ ਅਤੇ ਚੀਨ ਵਿਚਾਲੇ ਹਿੰਸਕ ਝੜਪ ਹੋਈ ਹੈ, ਜਿਸ ਵਿੱਚ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ ਨੇ। ਇਸ ਝੜਪ ਵਿੱਚ ਚੀਨ ਦੇ 43 ਜਵਾਨਾਂ ਨੂੰ ਨੁਕਸਾਨ ਹੋਇਆ ਹੈ। ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ। ਇਹ ਤਸਵੀਰਾਂ ਦਰਸ਼ਕ ਦੇਖ ਸਕਦੇ ਨੇ ਕਿ ਇਹ 3 ਜਵਾਨ ਨੇ, ਇੱਕ ਕਰਨਲ ਸਮੇਤ 2 ਜਵਾਨ, ਜੋ ਕਿ ਕੱਲ ਪਹਿਲਾਂ ਜਾਣਕਾਰੀ ਆਈ ਸੀਗੀ ਕਿ ਉਹ ਸ਼ਹੀਦ ਹੋਏ ਨੇ। ਉਸ ਤੋਂ ਬਾਅਦ 17 ਜ਼ਖਮੀ ਹੋਏ, ਇਹ ਜਾਣਕਾਰੀ ਸਾਹਮਣੇ ਆਈ ਤੇ ਉਸ ਤੋਂ ਬਾਅਦ बीती शाम ये जानकारी हासिल हो गई कि इस झड़प विच 20 जवाना ने शहादत हासिल की है। तां शहीदा दी शहादत नूं देश सलाम कर रहा है। उत्थे परिवारां दे विच सोग दी लहर है। हालांकि परिवारां नूं अपने शहीदा ते जवाना ते माण है, अपने बेटियां ते माण है, क्योंकि इस औखी घड़ी विच भी वो देश की राखी लई तैनात ने। चीनी फौज वालों लद्दाख विच झड़प करन ते भारतीय फौज के साबका कर्नल दर्शन लाल ते अनिल गौर ने इसनूं बहुत ही गंभीर मामला किया। इससे सरकार नूं पक्के तौर ते हल लभण दी मांग कीती है। कर्नल दर्शन लाल ने कहा कि 45 साल विच ये पहली बार होया है कि चीन नाल एनकाउंटर नाल कोई भारतीय जवान शहीद होया है। इस मामले नूं हल्के विच नहीं लेना चाहिए। ये बहुत सीरियस इशू है, क्योंकि पहली बार ਇੰਨੀ ਦੇਰ ਤੋਂ ਬਾਅਦ 45 ਸਾਲਾਂ ਤੋਂ ਤਕਰੀਬਨ ਕੋਈ ਅਸੀਂ ਕਿਸੇ ਫੌਜੀ ਦੀ ਜਾਨ ਗਵਾਈ ਹੈ ਚਾਈਨਾ ਦੇ ਨਾਲ ਕਿਸੇ ਝੜਪ 'ਚ। ਇਸ ਦਾ ਮਤਲਬ ਚਾਈਨੀਜ਼ ਹੁਣ ਬਹੁਤ ਜ਼ਿਆਦਾ ਅਗਰੈਸਿਵ ਨੇ। ਹੁਣ ਤੱਕ ਜੋ ਹੱਥਾਂ ਮੁੱਕੀ, ਜੋ ਉੱਥੇ ਧੱਕਾ ਮੁੱਕੀ ਹੋਈ ਹੈ, ਉਹ 2-3 ਵਾਰ ਇਨਸੀਡੈਂਟਸ ਹੋਏ ਨੇ, ਪਰ ਇਸ ਤਰ੍ਹਾਂ ਕਿਸੇ ਨੂੰ ਕੁੱਟ-ਕੁੱਟ ਕੇ ਮਾਰ ਦੇਣਾ ਇਹ ਬਹੁਤ ਯਾਨੀ ਵੱਡੀ ਘਟਨਾ ਹੈ ਔਰ ਪਹਿਲੀ ਵਾਰ ਹੋਇਆ ਇੰਨੇ ਸਾਲਾਂ ਤੋਂ ਬਾਅਦ। ਇੱਕ ਸੀਰੀਅਸ ਇਸ਼ੂ ਹੈ ਜਿਸ ਤੇ ਸਾਨੂੰ ਇੱਕ ਵੇਕਅਪ ਕਾਲ ਹੈ। ਜਿਸ ਤਰ੍ਹਾਂ 62 ਚ ਹੋਇਆ ਸੀ, ਛੋਟੀ ਜੀ ਘਟਨਾ ਤੋਂ ਹੀ ਧੱਕਾ ਮੁੱਕੀ ਤੋਂ ਹੀ ਕੰਮ ਸ਼ੁਰੂ ਹੋਇਆ ਸੀ ਤੇ ਅਸੀਂ ਫੁੱਲ ਫਲੈਜ ਵਾਰ ਤੱਕ ਤੇ ਚਲੇ ਗਏ ਸੀ। ਇਹ ਇੱਕ ਸਾਨੂੰ ਜਗਾਉਣ ਵਾਲਾ ਇਨਸੀਡੈਂਟ ਹੈ ਜਿਸ ਸੇ ਸਾਨੂੰ ਜਾਗਣਾ ਪਏਗਾ ਤੇ ਦੇਖਣਾ ਪਏਗਾ ਕਿ ਇਸ ਪ੍ਰੋਬਲਮ ਦੀ ਅਸੀਂ ਕੀ ਹੱਲ ਕਰਨਾ ਹੈ। ਤਾਂ LAC ਤੇ ਭਾਰਤ ਚੀਨ ਵਿਚਾਲੇ ਹਿੰਸਕ ਝੜਪ ਤੋਂ ਬਾਅਦ ਹੁਣ ਪੂਰੇ ਦੇਸ਼ ਵਿੱਚ ਗੁੱਸਾ ਹੈ। ਕਈ ਤਰ੍ਹਾਂ ਦੇ ਹੁਣ ਪ੍ਰਤੀਕਰਮ ਸਾਹਮਣੇ ਆ ਰਹੇ ਨੇ ਤੇ ਹਰ ਕੋਈ ਬਸ ਇੱਕ ਮੰਗ ਕਰ ਰਿਹਾ ਸਰਕਾਰ ਤੋਂ ਕਿ ਚਾਈਨਾ ਨੂੰ ਮੂੰਹ ਤੋੜਵਾ ਜਵਾਬ ਦਿੱਤਾ ਜਾਵੇ। ਹਾਲਾਂਕਿ ਉੱਥੇ ਅਮਰੀਕਾ ਦਾ ਵੀ ਪ੍ਰਤੀਕਰਮ ਸਾਹਮਣੇ ਆਇਆ ਹੈ। ਅਮਰੀਕਾ ਵੱਲੋਂ ਦੋਹਾਂ ਦੇਸ਼ਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਗਈ ਹੈ। ਦੱਸ ਦਈਏ ਕਿ ਗਲਵਾਨ ਹਿੰਸਕ ਝੜਪ ਤੋਂ ਬਾਅਦ ਹਿਮਾਚਲ ਵਿੱਚ ਅਲਰਟ ਜਾਰੀ ਕੀਤਾ ਗਿਆ ਤੇ ਸਰਹੱਦਾਂ ਤੇ ਚੌਕਸੀ ਵਧਾਈ ਗਈ ਹੈ। कर्नल दलवीर सिंह साडे नाल बन के ने होर जानकारी दे नाल। तां कर्नल दलवीर जी, तुसीं किस तरह दे नाल देख रहे हो, क्योंकि हुण देश विच गुस्सा है, बेशक मान है, दुख भी है शहादत दा, पर गुस्सा भी है ते हुण हर कोई चाइना नूं मूंह तोड़वा जवाब देण दी सरकार तो मांग कर रहा है। हाँ जी, ये सिचुएशन इस वेले बड़ी गंभीर है
ਲਦਾਖ ਦੇ ਵਿੱਚ ਤੇ ਪੂਰੇ ਲਾਈਨ ਆਫ ਐਕਚੁਅਲ ਕੰਟਰੋਲ ਤੇ ਫੌਜਾਂ ਜਿਹੜੀਆਂ ਨੇ ਉਹ ਤੈਨਾਤ ਹੋ ਗਈਆਂ ਨੇ ਤੇ ਮਾਮਲਾ ਕਾਫੀ ਸੰਗੀਨ ਹੈ ਤੇ ਜਦੋਂ ਦੀ ਖਬਰ ਆਈ ਹੈ ਕਿ 20 ਜਵਾਨ ਹਿੰਦੁਸਤਾਨ ਦੇ ਸ਼ਹੀਦ ਹੋ ਗਏ ਨੇ ਉਹਦੇ ਕਰਕੇ ਲੋਕਾਂ ਦੇ ਵਿੱਚ ਆਕਰੋਸ਼ ਹੈ ਤੇ ਲੋਕੀ ਚਾਹੁੰਦੇ ਨੇ ਕਿ ਕੋਈ ਸਰਕਾਰ ਕਦਮ ਉਠਾਵੇ ਤੇ ਨਾਲ ਦੇ ਨਾਲ ਇਹ ਵੀ ਮੰਗ ਕਰ ਰਹੇ ਹੈ ਕਿ ਕਲੈਰਿਟੀ ਦੇਵੇ ਸਰਕਾਰ ਖੁੱਲ ਕੇ ਮੂਹਰੇ ਆਵੇ ਤੇ ਦੱਸੇ ਲੋਕਾਂ ਨੂੰ ਕਿ ਐਕਚੁਅਲੀ ਦੇ ਵਿੱਚ ਉੱਥੇ ਕੀ ਵਾਪਰਿਆ, ਉੱਥੇ ਕੀ ਚੱਲ ਰਿਹਾ ਇਸ ਵੇਲੇ ਤੇ ਆਪਾਂ ਕਿੱਥੇ ਖੜੇ ਆ। ਇਹ ਕਿਸੇ ਵੀ ਹਿੰਦੁਸਤਾਨੀ ਨੂੰ ਇਹ ਗੱਲ ਨਹੀਂ ਉਤਰੇਗੀ ਗਲੇ ਠਾਈ ਥੱਲੇ ਕਿ ਤੁਹਾਡੇ ਬੰਦੇ 20 ਮਰ ਗਏ ਤੇ ਤੁਸੀਂ ਕੁਝ ਨਹੀਂ ਕੀਤਾ। ਤੁਹਾਨੂੰ ਕੁਝ ਨਾ ਕੁਝ ਕਰਨਾ ਪੈਣਾ ਹੈਗਾ ਜੇ ਤੁਸੀਂ ਆਪਣੀ ਇੱਜ਼ਤ, ਆਪਣੀ ਜ਼ਮੀਨ, ਆਪਣੇ सम्मान ਦੀ ਰੱਖਿਆ ਕਰਨੀ ਹੈ ਤੇ ਫਿਰ ਤੁਹਾਨੂੰ ਕੁਝ ਨਾ ਕੁਝ ਕਰਨਾ ਪਏਗਾ। ਇਸ ਤਰੀਕੇ ਨਾਲ ਕੰਮ ਚੱਲਣ ਵਾਲਾ ਨਹੀਂ ਹੈ। ਜੀ ਬਿਲਕੁਲ ਕਰਨਲ, ਜਿਸ ਤਰ੍ਹਾਂ ਦੇ ਨਾਲ ਇਸ ਸਮੇਂ ਹਾਲਾਤ ਬਣੇ ਹੋਏ ਨੇ ਕੋਰੋਨਾ ਮਹਾਮਾਰੀ ਦੌਰਾਨ ਵੀ ਲਗਾਤਾਰ ਜਵਾਨ ਜੋ ਨੇ ਉਹ ਸਰਹੱਦ ਤੇ ਡਟੇ ਹੋਏ ਨੇ ਤੇ ਬੇਸ਼ੱਕ ਹੁਣ ਜਿਸ ਤਰ੍ਹਾਂ ਦੇ ਨਾਲ ਅਮਰੀਕਾ ਦਾ ਪ੍ਰਤੀਕਰਮ ਵੀ ਸਾਹਮਣੇ ਆਇਆ ਹੈ, ਤੁਸੀਂ ਕਿਸ ਤਰ੍ਹਾਂ ਦੇ ਨਾਲ ਦੇਖਦੇ ਹੋ ਅਮਰੀਕਾ ਦੇ ਰਿਐਕਸ਼ਨ ਨੂੰ? ਹਾਲਾਂਕਿ ਅਮਰੀਕਾ ਵੱਲੋਂ ਦੋਹਾਂ ਦੇਸ਼ਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਗਈ ਹੈ, ਪਰ ਜਿਸ ਤਰ੍ਹਾਂ ਦੇ ਨਾਲ ਇਸ ਤੋਂ ਪਹਿਲਾਂ ਵੀ ਕਈ ਵਾਰ ਅਮਰੀਕਾ ਵੱਲੋਂ ਚਾਈਨਾ ਦੇ ਖਿਲਾਫ ਬਗਾਵਤੀ ਸੁਰ ਅਪਣਾਏ ਗਏ ਨੇ, ਭਾਵੇਂ ਉਹ ਕੋਰੋਨਾ ਮਹਾਮਾਰੀ ਨੂੰ ਲੈ ਕੇ ਹੋਵੇ ਜਾਂ ਕੋਈ ਹੋਰ ਗੱਲ ਨੂੰ ਲੈ ਕੇ ਹੋਵੇ। ਤਾਂ ਹੁਣ ਕੀ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਅਮਰੀਕਾ ਵੱਲੋਂ ਭਾਰਤ ਦਾ ਸਾਥ ਦਿੱਤਾ ਜਾ ਸਕਦਾ ਹੈ ਤੇ ਹੁਣ ਦੋਵੇਂ ਦੇਸ਼ ਮਿਲ ਕੇ ਚਾਈਨਾ ਨੂੰ ਮੂੰਹ ਤੋੜਵਾ ਜਵਾਬ ਦੇ ਸਕਦੇ ਨੇ? ਤੁਸੀਂ ਕਿਸ ਤਰ੍ਹਾਂ ਦੇ ਨਾਲ ਸੋਚਦੇ ਹੋ ਐਸਾ ਕਰਨਲ? ਦੇਖੀਏ, ਇਦਾਂ ਦੇ ਜਿਹੜਾ ਇਦਾਂ ਦੇ ਹਾਲਾਤ ਪੈਦਾ ਹੁੰਦੇ ਆ ਇਹਦੇ ਚ ਕਦੀ ਵੀ ਕੋਈ ਦੂਜਾ ਜਿਹੜਾ ਮੁਲਕ ਹੈ ਉਹਦੇ ਵਿੱਚ ਛਾਲ ਨਹੀਂ ਮਾਰਦਾ। ਉਹ ਗੱਲ ਵੱਖਰੀ ਹੈ ਕਿ ਉਹ ਤੁਹਾਡੇ ਨਾਲ ਤੁਹਾਡੀ ਹੌਸਲਾ ਅਫਜ਼ਾਈ ਕਰਦੇ ਰਹਿਣਗੇ, ਹੱਲਾਸ਼ੇਰੀ ਕਰਦੇ ਰਹਿਣਗੇ, ਤੁਹਾਡੇ ਨਾਲ ਖੜੇ ਰਹਿਣਗੇ, ਲੇਕਿਨ ਤੁਹਾਡੀ ਲੜਾਈ ਦੇ ਵਿੱਚ ਉਹ ਕਦੀ ਵੀ ਸ਼ਾਮਲ ਨਹੀਂ ਹੋਣਗੇ। ਇਹ ਕਦੀ ਵੀ ਨਹੀਂ ਹੁੰਦਾ। ਤੇ ਤੁਸੀਂ ਦੇਖਿਆ ਹੋਵੇਗਾ ਕਿ ਜਿਸ ਤਰੀਕੇ ਨਾਲ ਜਦੋਂ ਇੰਡੀਆ ਪਾਕਿਸਤਾਨ ਦੀ ਕਾਰਗਿਲ ਦੇ ਵਿੱਚ ਲੜਾਈ ਚੱਲ ਰਹੀ ਸੀ ਤੇ ਚਾਈਨਾ ਨੇ ਪਾਕਿਸਤਾਨ ਦਾ ਸਪੋਰਟ ਭਾਵੇਂ ਜ਼ਰੂਰ ਕੀਤਾ ਹੋਵੇ ਲੇਕਿਨ ਆਪਣੀ ਕੋਈ ਇਸ ਤਰੀਕੇ ਦੀ ਕਾਰਵਾਈ ਨਹੀਂ ਕੀਤੀ ਜਿਹਦੇ ਚ ਉਹਦਾ ਡਾਇਰੈਕਟ ਇਨਵੋਲਵਮੈਂਟ ਹੋਵੇ। ਜਿੱਥੇ ਤੱਕ ਅਮਰੀਕਾ ਦਾ ਸਵਾਲ ਹੈ, ਅਮਰੀਕਾ ਤੇ ਇੰਡੀਆ ਦੀ ਬਹੁਤ ਵਧੀਆ ਸਟ੍ਰੈਟੇਜਿਕ ਪਾਰਟਨਰਸ਼ਿਪ ਹੈਗੀ ਇਸ ਵੇਲੇ ਤੇ ਆਪਾਂ ਉਹਨਾਂ ਦੇ ਨਾਲ ਸਾਊਥ ਚਾਈਨਾ ਸੀ ਦੇ ਵਿੱਚ ਨੇਵੀ ਦੀਆਂ ਇਕੱਠੀਆਂ ਐਕਸਰਸਾਈਜ਼ਾਂ ਕਰਦੇ ਨੇ। ਹੋ ਸਕਦਾ ਹੈ ਕਿ ਅੱਗੇ ਆਉਣ ਵਾਲੇ ਸਮੇਂ 'ਚ ਚਾਈਨਾ ਜੇ ਆਪਣੀ ਉਹ ਨੀਤੀ ਉਹਨੇ ਨਾ ਬਦਲੀ ਤੇ ਹੋ ਸਕਦਾ ਉਹਦੇ ਤੇ ਦਬਾਅ ਪਾਉਣ ਲਈ ਇੰਡੀਆ ਤੇ ਅਮਰੀਕਾ ਦੀਆਂ ਨੇਵੀ ਜਿਹੜੀਆਂ ਹੈ ਉਹ ਸਾਊਥ ਚਾਈਨਾ ਸੀ ਦੇ ਵਿੱਚ ਕੁਝ ਐਕਟੀਵਿਟੀ ਕਰਨ ਜਿਹਦੇ ਕਰਕੇ ਚਾਈਨਾ ਦੇ ਉੱਤੇ ਪ੍ਰੈਸ਼ਰ ਬਣਾਇਆ ਜਾਏ। ਲੇਕਿਨ ਐਕਚੁਅਲੀ ਜਿਹੜੀ ਤੁਹਾਡੀ ਲੜਾਈ ਹੈ ਉਹ ਤੁਹਾਨੂੰ ਆਪ ਲੜਨੀ ਪੈਣੀ ਹੈ। ਤੁਹਾਡੀ ਲੜਾਈ ਦੇ ਵਿੱਚ ਹੋਰ ਕੋਈ ਦੂਜਾ ਬੰਦਾ ਸ਼ਾਮਲ ਨਹੀਂ ਹੋਏਗਾ। ਬਿਲਕੁਲ, ਤਾਂ ਅਮਰੀਕਾ ਵੱਲੋਂ ਬੇਸ਼ੱਕ ਹੁਣ ਦੋਹਾਂ ਦੇਸ਼ਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਗਈ ਹੈ, ਪਰ ਇਸ ਵਿਚਕਾਰ ਦੇਸ਼ ਵਾਸੀਆਂ ਵੱਲੋਂ ਲਗਾਤਾਰ ਇਹੀ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਚਾਈਨਾ ਨੂੰ ਮੂੰਹ ਤੋੜਵਾ ਜਵਾਬ ਦਿੱਤਾ ਜਾਵੇ। ਹੁਣ ਅੱਗੇ ਸਰਕਾਰ ਦਾ ਕੀ ਪੱਖ ਰਹੇਗਾ ਇਸ ਪੂਰੇ ਮਾਮਲੇ ਵਿੱਚ, ਇਸ ਤੋਂ ਸਭ ਦੀ ਨਜ਼ਰ ਰਹੇਗੀ। ਧੰਨਵਾਦ ਕਰਨਲ ਤਨਵੀਰ ਸਾਹਿਬ ਸਾਡੇ ਨਾਲ ਜੁੜਨ ਦੇ ਲਈ। ਤਾਂ ਜਿਸ ਤਰ੍ਹਾਂ ਦੇ ਇਸ ਸਮੇਂ ਹਾਲਾਤ ਬਣੇ ਹੋਏ ਨੇ ਉਸ ਦੇ ਬਾਵਜੂਦ ਜੋ 20 ਜਵਾਨਾਂ ਦੀ ਸ਼ਹਾਦਤ ਦੀ ਖਬਰ ਸਾਹਮਣੇ ਆਈ ਹੈ ਉਸ ਤੋਂ ਬਾਅਦ ਦੇਸ਼ ਨੂੰ ਮਾਣ ਜ਼ਰੂਰ ਹੈ ਇਹਨਾਂ ਜਵਾਨਾਂ ਦੀ ਸ਼ਹਾਦਤ ਤੇ, ਪਰ ਆਕਰੋਸ਼ ਤੇ ਗੁੱਸਾ ਵੀ ਹੈ ਦੇਸ਼ ਵਾਸੀਆਂ ਵਿੱਚ ਤੇ ਹਰ ਕੋਈ ਹੁਣ ਚੀਨ ਨੂੰ ਮੂੰਹ ਤੋੜਵਾ ਜਵਾਬ ਦੇਣ ਦੀ ਸਰਕਾਰ ਤੋਂ ਮੰਗ ਕਰ ਰਿਹਾ। ਹਾਲਾਂਕਿ ਲਗਾਤਾਰ ਪ੍ਰਧਾਨ ਮੰਤਰੀ ਮੋਦੀ ਵੱਲੋਂ ਹਾਲਾਤ ਤੇ ਨਜ਼ਰ ਬਣਾਏ ਹੋਏ ਨੇ ਉਹ ਤੇ ਲਗਾਤਾਰ ਉਹਨਾਂ ਵੱਲੋਂ ਮੀਟਿੰਗ ਵੀ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਵੱਲੋਂ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਹਾਲਾਤ ਤੇ ਚਰਚਾ ਕੀਤੀ ਗਈ ਹੈ। ਮੇਰੇ ਨਾਲ ਡਿਫੈਂਸ ਐਕਸਪਰਟ ਵਿਕਰਮ ਜੀ ਜੁੜ ਚੁੱਕੇ ਨੇ। ਵਿਕਰਮ ਜੀ, ਤੁਸੀਂ ਕਿਸ ਤਰ੍ਹਾਂ ਦੇ ਨਾਲ ਦੇਖਦੇ ਹੋ? ਇੱਕ ਇਹ ਦੁਖਦ ਤਸਵੀਰ ਹੈ ਕਿਉਂਕਿ ਇਸ ਮਹਾਮਾਰੀ ਦੌਰਾਨ ਵੀ ਡਟ ਕੇ ਜਿਹੜੇ ਜਵਾਨ ਨੇ ਉਹ ਸਾਹਮਣਾ ਕਰ ਰਹੇ ਨੇ। ਬੇਸ਼ੱਕ ਦੇਸ਼ ਨੂੰ ਮਾਣ ਜ਼ਰੂਰ ਹੈ ਤੇ ਹੁਣ ਆਕਰੋਸ਼ ਤੇ ਗੁੱਸਾ ਵੀ ਬਰਕਰਾਰ ਹੈ ਕਿ ਚੀਨ ਖਿਲਾਫ ਸਖਤ ਕਾਰਵਾਈ ਭਾਰਤ ਕਰੇ। ਬਿਲਕੁਲ ਮਨਪ੍ਰੀਤ ਜੀ, ਪਹਿਲੀ ਗੱਲ ਤਾਂ ਮੈਂ ਕਹਿਣਾ ਚਾਹਾਂਗਾ ਕਿ ਇਹ ਚਾਈਨਾ ਨੇ ਸਾਨੂੰ ਧੋਖਾ ਦਿੱਤਾ ਹੈਗਾ। ਇਹਨਾਂ ਨੇ ਜਿਹੜੇ ਸਾਡੇ ਕੋਰ ਕਮਾਂਡਰ ਲੈਵਲ ਦੀ ਜਿਹੜੀ ਟਾਕਸ ਹੋਈਆਂ ਸੀ ਜੂਨ 6 ਤੇ, ਉਹਦੇ ਵਿੱਚ ਚਾਈਨਾ ਅਗਰੀ ਕਰ ਗਈ ਸੀ ਕਿ ਗਲਵਾਨ ਵੈਲੀ ਵਿੱਚ ਅਸੀਂ ਪਿੱਛੇ ਹਟ ਜਾਵਾਂਗੇ। ਲੇਕਿਨ ਜਦ ਸਾਡੇ ਸੀਓ ਸਾਹਿਬ ਉੱਥੇ ਗਏ, ਉਹਨਾਂ ਨੂੰ ਕਿਹਾ ਕਿ ਤੁਸੀਂ ਕਿਉਂ ਟੈਂਟ ਲਾਇਆ ਹੈਗਾ, ਤੁਸੀਂ ਹਟ ਜਾਓ, ਤੇ ਉਹਨਾਂ ਨੇ ਹਟਣ ਤੋਂ ਬਜਾਏ ਉਹਨਾਂ ਨੇ ਸਾਡੇ ਸੀਓ ਸਾਹਿਬ ਤੇ ਹਮਲਾ ਕੀਤਾ ਤੇ ਉੱਥੇ ਲੜਾਈ ਪੈ ਗਈ।
ਦੂਜੀ ਗੱਲ ਆਈ ਥਿੰਕ ਇੱਥੇ ਬਹੁਤ ਮਹੱਤਵਪੂਰਨ ਗੱਲ ਇਹ ਹੈਗੀ ਹੈ ਕਿ ਅੱਜ ਤੱਕ ਚਾਈਨਾ ਔਰ ਇੰਡੀਆ ਦੇ ਬਾਰਡਰ ਤੇ ਅਸੀਂ ਕੋਈ ਕੈਜੁਅਲਟੀ ਨਹੀਂ ਹੋਣ ਦਿੱਤੀ 1975 ਦੇ ਬਾਅਦ, ਤੇ ਸਾਡੇ ਇੰਡੀਆ ਚਾਈਨਾ ਰਿਲੇਸ਼ਨ ਚੱਲਦੇ ਰਹਿੰਦੇ ਸੀ। ਲੇਕਿਨ ਇਹਦੇ ਕੈਜੁਅਲਟੀਜ਼ ਦੇ ਬਾਅਦ ਜੋ ਸਾਡੀਆਂ ਕੈਜੁਅਲਟੀਜ਼ ਹੋਈਆਂ, ਚਾਈਨਾ ਦੇ ਵੀ ਕੁਝ ਕੈਜੁਅਲਟੀਜ਼ ਹੋਈਆਂ ਨੇ, ਉਹਦੇ ਨਾਲ ਇੰਡੀਆ ਔਰ ਚਾਈਨਾ ਦੇ ਜਿਹੜੇ ਰਿਲੇਸ਼ਨਸ ਨੇ ਉਹ ਬਹੁਤ ਇਫੈਕਟ ਹੋ ਜਾਣਗੇ। ਔਰ ਕਿਸ ਤਰ੍ਹਾਂ ਇਹ ਰਿਲੇਸ਼ਨਸ ਅੱਗੇ ਚੱਲਦੇ ਨੇ ਇਹ ਸਾਨੂੰ ਦੇਖਣਾ ਪੈਣਾ ਬੜੇ ਧਿਆਨ ਨਾਲ, ਕਿਉਂਕਿ ਇਹ ਸਾਡੇ ਪੂਰੇ ਸਾਊਥ ਏਸ਼ੀਆ ਦਾ ਇੱਕ ਫਿਊਚਰ ਇਹਦੇ ਨਾਲ ਫਸਿਆ ਹੋਇਆ ਹੈ ਕਿ ਇੰਡੀਆ ਚਾਈਨਾ ਦੇ ਕੀ ਰਿਲੇਸ਼ਨਸ ਰਹਿਣਗੇ। ਜੀ ਬਿਲਕੁਲ, ਤਾਂ ਇਸ ਝੜਪ ਤੋਂ ਬਾਅਦ, ਇਸ ਤਕਰਾਰ ਤੋਂ ਬਾਅਦ ਹੁਣ ਦੋਹਾਂ ਦੇਸ਼ਾਂ ਵਿਚਾਲੇ ਜ਼ਰੂਰ ਆਉਣ ਵਾਲੇ ਸਮੇਂ ਵਿੱਚ ਤਕਰਾਰ ਦੇਖਣ ਨੂੰ ਮਿਲ ਸਕਦੀ ਹੈ, ਜਿਸ ਦਾ ਅਸਰ ਜ਼ਾਹਿਰ ਤੌਰ ਤੇ ਜ਼ਰੂਰ ਪਏਗਾ। ਧੰਨਵਾਦ ਤਮਾਮ ਗੱਲਬਾਤ ਲਈ ਵਿਕਰਮ ਜੀ, ਸਾਡੇ ਨਾਲ ਜੁੜਨ ਦੀ ਗੱਲਬਾਤ ਲਈ। ਤਾਂ ਭਾਰਤ ਚੀਨ ਸਰਹੱਦ ਤੇ ਹਾਲਾਤ ਤਣਾਅਪੂਰਨ ਬਣੇ ਹੋਏ ਨੇ। ਇਸ ਵਿਚਕਾਰ ਲਗਾਤਾਰ ਪ੍ਰਤੀਕਰਮ ਹੁਣ ਸਾਹਮਣੇ ਆ ਰਹੇ ਨੇ ਵੱਖ-ਵੱਖ ਨੁਮਾਇੰਦਿਆਂ ਦੇ, ਤੇ ਜੋ ਫੌਜ ਦੇ ਨਾਲ ਜੁੜੇ ਹੋਏ ਲੋਕ ਨੇ ਉਹਨਾਂ ਦੇ ਵੱਖ-ਵੱਖ ਪ੍ਰਤੀਕਰਮ ਸਾਹਮਣੇ ਆ ਰਹੇ ਨੇ। ਆਓ ਸੁਣਦੇ ਹਾਂ। sacrificed their lives and have become martyrs to the cause. Highly regrettable, but that is to be expected. And this will ensure that this particular conflict in the border areas now will stop. Hopefully it will stop earlier than later. Hopefully it will not extend beyond what it is now. And as further talks take place and both sides are better prepared to deal with the situation and to de-escalate the situation, I hope that this disengagement will take place, and then further pullback may also happen.